Good morning, students. Now we will discuss our next topic number 2 of 8th chapter. ਅੱਜ ਜੋ ਆਪਾਂ ਟੌਪਿਕ ਡਿਸਕਸ ਕਰਨਾ ਉਹ ਹੈਗਾ ਫਾਰਮਸ ਆਫ ਕੰਜ਼ੰਪਸ਼ਨ ਫੰਕਸ਼ਨ, ਜਿਹਨੂੰ ਪੰਜਾਬੀ ਦੇ ਵਿੱਚ ਅਭੋਗ ਫਲਨ ਦੀਆਂ ਕਿਸਮਾਂ ਬੋਲਿਆ ਜਾਂਦਾ। ਠੀਕ ਹੈ, ਫਾਰਮਸ ਆਫ ਕੰਜ਼ੰਪਸ਼ਨ ਫੰਕਸ਼ਨਸ ਆਰ ਡਿਵਾਈਡਡ ਇਨਟੂ 4 ਪਾਰਟਸ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਭੋਗ ਫਲਨ ਦੀਆਂ ਕਿਸਮਾਂ ਉਹਨੂੰ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਫਸਟ ਹੈਗਾ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ, ਨॉन ਲੀਨੀਅਰ ਕੰਜ਼ੰਪਸ਼ਨ ਫੰਕਸ਼ਨ, ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਐਂਡ ਲੌਂਗ ਰਨ ਕੰਜ਼ੰਪਸ਼ਨ ਫੰਕਸ਼ਨ। ਠੀਕ ਹੈ, ਪੰਜਾਬੀ ਮੀਡੀਅਮ ਦੇ ਲਈ ਫॉर ਆਪਾਂ ਇਹਨੂੰ ਕੀ ਪੜਾਂਗੇ ਕਿ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਨੂੰ ਸਿੱਧੀ ਰੇਖਾ, ਨॉन ਲੀਨੀਅਰ ਨੂੰ ਅਸਿੱਧੀ ਰੇਖਾ ਤੇ ਸ਼ਾਰਟ ਰਨ ਨੂੰ ਅਲਪਕਾਲੀਨ ਸਮੇਂ ਦਾ ਭੋਗ ਫਲਨ ਤੇ ਦੀਰਘਕਾਲੀਨ ਸਮੇਂ ਦਾ ਭੋਗ ਫਲਨ ਵੀ ਕਿਹਾ ਜਾਂਦਾ। ਠੀਕ ਹੈ, ਹੁਣ ਆਪਾਂ ਇਹਨੂੰ ਡੀਪਲੀ ਐਕਸਪਲੇਨ ਕਰਾਂਗੇ ਕਿ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਕੀ ਹੁੰਦਾ। ਕਲੀਅਰ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਲੀਨੀਅਰ ਦਾ ਜੇ ਆਪਾਂ ਜਨਰਲ ਵਰਡ ਦੇ ਵਿੱਚ ਮੀਨਿੰਗ ਦੇਖੀਏ ਤਾਂ ਲੀਨੀਅਰ ਦਾ ਮਤਲਬ ਹੁੰਦਾ ਕੋਈ ਵੀ ਇਹੋ ਜਿਹੀ ਡਾਇਗਰਾਮ, ਇਹੋ ਜਿਹੀ ਲਾਈਨ ਜੋ ਕੀ ਆ ਸਿੱਧੀ ਹੋਵੇ। ਠੀਕ ਹੈ, ਉਹਦੀ ਰੇਖਾ ਉਹਦੇ ਵਿੱਚ ਕੋਈ ਵੀ ਆਪਾਂ ਕਹਿ ਸਕਦੇ ਹਾਂ ਬੈਂਡ ਨਾ ਪਵੇ। ਠੀਕ ਹੈ, ਜੋ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਿੱਧੀ ਰੇਖਾ ਉਹਨੂੰ ਕੀ ਬੋਲਿਆ ਜਾਂਦਾ, ਲੀਨੀਅਰ ਬੋਲਿਆ ਜਾਂਦਾ। ਕਲੀਅਰ। ਨॉन ਲੀਨੀਅਰ ਇਸ ਤੋਂ ਉਲਟ ਹੋ ਜਾਂਦਾ ਵੀ ਜੋ ਵੀ ਰੇਖਾ, ਕੋਈ ਵੀ ਰੇਖਾ ਜੋ ਕਿ ਸਿੱਧੀ ਨਾ ਹੋਵੇ। ਠੀਕ ਹੈ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਬੈਂਡ ਹੋਵੇ। ਠੀਕ ਹੈ, ਉਹਨੂੰ ਨॉन ਲੀਨੀਅਰ ਬੋਲਿਆ ਜਾਂਦਾ। ਸ਼ਾਰਟ ਰਨ ਬਹੁਤ ਹੀ ਘੱਟ ਸਮਾਂ ਹੁੰਦਾ। ਠੀਕ ਹੈ, ਤੇ ਲੌਂਗ ਰਨ ਬਹੁਤ ਹੀ ਜ਼ਿਆਦਾ ਸਮਾਂ ਹੁੰਦਾ। ਇਸ ਤਰ੍ਹਾਂ ਕੀ ਆਪਾਂ ਇਹਦੇ ਪਹਿਲਾਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਕੀ ਹੁੰਦਾ। ਦੇਖੋ, ਲੀਨੀਅਰ ਕੰਜ਼ੰਪਸ਼ਨ ਫੰਕਸ਼ਨ, ਆ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਇਜ਼ ਕੈਰੈਕਟਰਾਈਜ਼ਡ ਬਾਈ ਇਟਸ ਕੌਨਸਟੈਂਟ ਸਲੋਪ। ਠੀਕ ਹੈ, ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਕੀ ਹੁੰਦਾ। ਕਹਿੰਦੇ ਜਿਹਦੀ ਸਲੋਪ ਕੀ ਹੁੰਦੀ ਹੈ, ਕੌਨਸਟੈਂਟ ਹੁੰਦੀ ਹੈ। ਮਤਲਬ ਜੋ ਕੋਈ ਵੀ ਲਾਈਨ ਜੋ ਕਿ ਸਿੱਧੀ ਹੋਵੇ, ਮਤਲਬ ਉਹਦੇ ਵਿੱਚ ਕੋਈ ਵੀ ਬੈਂਡ ਨਾ ਹੋਵੇ, ਉਹਨੂੰ ਕੀ ਬੋਲਿਆ ਜਾਂਦਾ, ਕੌਨਸਟੈਂਟ ਸਲੋਪ ਬੋਲਿਆ ਜਾਂਦਾ। ਠੀਕ ਹੈ, ਤਾਂ ਇਹ ਆਪਾਂ ਕੀ ਕਹਿ ਸਕਦੇ ਹਾਂ ਵੀ ਇਹਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਦੇ ਵਿੱਚ ਜਿਹੜੀ ਸਲੋਪ ਹੁੰਦੀ ਹੈ ਉਹ ਕੌਨਸਟੈਂਟ ਹੁੰਦੀ ਹੈ। ਕਲੀਅਰ। ਕਹਿੰਦੇ ਇਟ ਐਸਟੈਬਲਿਸ਼ਡ ਆ ਡਾਇਰੈਕਟ ਰਿਲੇਸ਼ਨ ਬਿਟਵੀਨ ਦਾ ਇਨਕਮ ਐਂਡ ਦਾ ਕੰਜ਼ੰਪਸ਼ਨ ਐਕਸਪੈਂਡੀਚਰ। ਆਪਾਂ ਕੀ ਪੜ੍ਹ ਰਹੇ ਹਾਂ ਕਿ ਜੋ ਆਪਾਂ ਕੰਜ਼ੰਪਸ਼ਨ ਫੰਕਸ਼ਨ ਪੜ੍ਹਿਆ ਉਹਦੇ ਵਿੱਚ ਕੀ ਪੜ੍ਹਿਆ ਸੀ, ਉਹਦੀ ਡੈਫੀਨੇਸ਼ਨ 'ਚ ਕਿ ਇਹ ਰਿਲੇਸ਼ਨਸ਼ਿਪ ਸ਼ੋ ਕਰਦੀ ਹੈ ਬਿਟਵੀਨ ਦਾ ਟੋਟਲ ਇਨਕਮ ਐਂਡ ਦਾ ਟੋਟਲ ਕੰਜ਼ੰਪਸ਼ਨ। ਸੋ ਦੇਖੋ, ਕਹਿੰਦੇ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਕੀ ਆ, ਕਹਿੰਦੇ ਇਹ ਕੀ ਆ, ਡਾਇਰੈਕਟ ਰਿਲੇਸ਼ਨਸ਼ਿਪ ਦੱਸਦੀ ਆ ਇਨਕਮ ਤੇ ਐਕਸਪੈਂਡੀਚਰ ਦੇ ਵਿੱਚ। ਠੀਕ ਹੈ, ਸੋ ਇਸ ਤੋਂ ਅੱਗੇ ਆਪਾਂ ਇਹਦਾ ਇੱਕ ਸਕੈਜੂਅਲ ਬਣਾਵਾਂਗੇ ਟੇਬਲ ਦੇ ਆਧਾਰ ਤੇ, ਫਿਰ ਕੀ ਆ ਆਪਾਂ ਇਹਦੀ ਡਾਇਗਰਾਮ ਬਣਾਵਾਂਗੇ। ਕਲੀਅਰ। ਦੇਖੋ, ਲੀਨੀਅਰ ਕੰਜ਼ੰਪਸ਼ਨ ਫੰਕਸ਼ਨਸ ਇਹ ਵੀ ਕਰੋੜਸ ਦੇ ਵਿੱਚ ਲਾਉਣਾ। ਇੱਕ ਪਾਸੇ ਕੀ ਆ ਇਨਕਮ ਆ, ਇੱਕ ਪਾਸੇ ਕੀ ਆ ਕੰਜ਼ੰਪਸ਼ਨ ਐਕਸਪੈਂਡੀਚਰ। ਠੀਕ ਹੈ, ਇਨਕਮ ਨੂੰ Y ਨਾਲ ਡਿਨੋਟ ਕੀਤਾ ਜਾਂਦਾ ਤੇ ਟੋਟਲ ਕੰਜ਼ੰਪਸ਼ਨ ਐਕਸਪੈਂਡੀਚਰ ਨੂੰ C ਨਾਲ ਡਿਨੋਟ ਕੀਤਾ ਜਾਂਦਾ। ਕਲੀਅਰ। ਕਹਿੰਦੇ ਇਨਕਮ ਆਪਾਂ ਉਦਾਂ ਹੀ ਲੈ ਰਹੇ ਹਾਂ ਜਿਵੇਂ 0 ਤੋਂ 100, 100 ਤੋਂ 200, ਮਤਲਬ ਇਹਦੇ ਵਿੱਚ ਸੇਮ ਗੈਪ ਆ ਰਿਹਾ, 100 ਦਾ ਗੈਪ ਆ ਰਿਹਾ। ਠੀਕ ਹੈ, 100 ਕਰੋੜ ਦਾ ਗੈਪ ਆ ਰਿਹਾ। ਇਸ ਤਰ੍ਹਾਂ ਆਪਾਂ ਜਦੋਂ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਪੜ੍ਹਨਾ ਤਾਂ ਉਹਦੇ ਵਿੱਚ ਐਕਸਪੈਂਡੀਚਰ ਦੇ ਵਿੱਚ ਜੋ ਲੈਣਾ ਆਪਾਂ ਜੋ ਵੀ ਕੰਜ਼ੰਪਸ਼ਨ ਐਕਸਪੈਂਡੀਚਰ ਕੀਤਾ ਜਾਂਦਾ। ਠੀਕ ਹੈ, ਸਾਰੀ ਇਕੋਨਮੀ ਦੇ ਵਿੱਚ ਉਹਦੇ ਵਿੱਚ ਪਹਿਲਾਂ ਦੇਖੋ ਕਿ ਜਦੋਂ ਇਨਕਮ 0 ਸੀ ਤਾਂ ਐਕਸਪੈਂਡੀਚਰ ਸਾਰੀ ਇਕੋਨਮੀ ਕਿੰਨਾ ਕਰ ਰਹੀ ਸੀ, 100 ਕਰੋੜ ਰੁਪਏ। ਠੀਕ ਹੈ, ਜਿਵੇਂ ਜਿਵੇਂ ਇਨਕਮ ਵੱਧਦੀ ਆ ਉਦਾਂ ਕੀ ਆ ਐਕਸਪੈਂਡੀਚਰ ਵੀ ਵੱਧਦਾ ਜਾਂਦਾ। ਇਨਕਮ ਕੀ ਆ ਜ਼ਿਆਦਾ ਵੱਧਦੀ ਆ ਪਰ ਐਕਸਪੈਂਡੀਚਰ ਉਹਦੇ ਨਾਲੋਂ ਘੱਟ ਵੱਧਦਾ। ਕਲੀਅਰ। ਕਹਿੰਦੇ ਜਦੋਂ ਆਪਾਂ ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਪੜ੍ਹਦੇ ਹਾਂ ਤਾਂ ਆਪਾਂ ਉਹਦੇ ਵਿੱਚ ਪੜ੍ਹਿਆ ਸੀ ਕਿ ਜਿਹੜੀ ਸਲੋਪ ਆ ਉਹਦੀ ਕੌਨਸਟੈਂਟ ਹੋਣੀ ਚਾਹੀਦੀ ਹੈ। ਠੀਕ ਹੈ, ਕੌਨਸਟੈਂਟ ਸਲੋਪ ਤਾਂ ਹੀ ਹੋਊਗੀ ਜੇਕਰ ਉਹਨਾਂ ਦਾ ਜਿਹੜਾ ਆਹ ਵਾਲਾ ਗੈਪ ਕੀ ਹੋਊਗਾ, ਇਕੁਅਲ ਹੋਊਗਾ। ਹੁਣ ਆਪਾਂ ਆਹ ਤਾਂ ਪੜ੍ਹਿਆ ਕਿ ਇਹਦੇ ਵਿੱਚ ਤਾਂ ਗੈਪ ਕੀ ਆ, ਹਮੇਸ਼ਾ ਹੀ ਇਕੁਅਲ ਹੁੰਦਾ ਇਨਕਮ ਦੇ ਵਿੱਚ। ਸੋ ਕਹਿੰਦੇ ਇਹਦੇ ਵਿੱਚ ਕੀ ਲੈਣਾ ਆਪਾਂ, ਜੋ ਕੰਜ਼ੰਪਸ਼ਨ ਦੇ ਵਿੱਚ ਗੈਪ ਆ ਉਹ ਇੱਕੋ ਜਿਹਾ ਹੋਣਾ ਚਾਹੀਦਾ। ਠੀਕ ਹੈ, ਜਿਵੇਂ 100 ਤੋਂ 150 ਹੋ ਰਿਹਾ। ਠੀਕ ਹੈ, 50 ਦਾ ਗੈਪ ਹੋ ਰਿਹਾ। ਠੀਕ ਹੈ, ਅੱਗੇ 150 to 200 ਹੋ ਰਿਹਾ। ਠੀਕ ਹੈ, ਫਿਰ 50 ਦਾ ਗੈਪ, ਮਤਲਬ ਇਹਦੇ ਵਿੱਚ ਕੀ ਆ 50-50 ਦਾ ਗੈਪ ਆ ਰਿਹਾ, ਮਤਲਬ ਤਾਂ ਹੀ ਇੱਕ ਇਹ ਕੌਨਸਟੈਂਟ ਲਾਈਨ ਬਣੂਗੀ। ਹੁਣ ਆਪਾਂ ਇਹਦੇ ਟੇਬਲ ਦੇ ਆਧਾਰ ਤੇ ਹੀ ਜਾਂ ਫਿਰ ਇਸ ਸਕੈਜੂਅਲ ਦੇ ਆਧਾਰ ਤੇ ਹੀ ਇੱਕ ਡਾਇਗਰਾਮ ਬਣਾਵਾਂਗੇ। ਕਲੀਅਰ। ਡਾਇਗਰਾਮ ਦੇ ਵਿੱਚ ਦੇਖੋ ਆਪਾਂ ਐਕਸ ਐਕਸਿਸ ਤੇ ਇਨਕਮ ਲਵਾਂਗੇ। ਠੀਕ ਹੈ, ਉਦਾਂ ਹੀ ਵਾਈ ਐਕਸਿਸ ਤੇ ਕੀ ਹੈ ਕੰਜ਼ੰਪਸ਼ਨ ਲਵਾਂਗੇ। ਆਪਾਂ ਨੂੰ ਪਤਾ ਕਿ ਜਦੋਂ ਕੀ ਹੈ Y 0 ਹੁੰਦੀ ਹੈ, ਜਦੋਂ ਇਨਕਮ 0 ਹੁੰਦੀ ਹੈ ਤਾਂ ਕੰਜ਼ੰਪਸ਼ਨ ਕਿੰਨੀ ਕੀਤੀ ਜਾਂਦੀ ਹੈ, 100 ਕੀਤੀ ਜਾਂਦੀ ਹੈ। 100 ਕਰੋੜ ਦੀ ਕੰਜ਼ੰਪਸ਼ਨ ਸਾਰੀ ਇਕੋਨਮੀ ਦੇ ਵਿੱਚ ਹੁੰਦੀ ਹੈ। ਉਦਾਂ ਹੀ ਕੀ ਆ ਜਿਵੇਂ ਜਿਵੇਂ ਆਪਣੀ ਇਨਕਮ ਵੱਧਦੀ ਆ ਉਦਾਂ ਹੀ ਸੇਮ ਗੈਪ ਦੇ ਨਾਲ ਕੀ ਆ ਜਿਹੜਾ ਆਪਣਾ ਕੰਜ਼ੰਪਸ਼ਨ ਫੰਕਸ਼ਨ ਵੱਧਦਾ। ਸੋ ਜਿਹੜੇ ਪੁਆਇੰਟਸ ਮਿਲਾ ਕੇ ਆਪਣੇ ਕੋਲ ਜਿਹੜੀ ਲਾਈਨ ਬਣੂਗੀ ਉਹ ਕੀ ਬਣੂਗੀ, ਲੀਨੀਅਰ ਕੰਜ਼ੰਪਸ਼ਨ
फंक्शन बनूगा। ठीक है, तो आप की लिखना कहते द लीनियर कंजम्पशन फंक्शन इज एन अपवर्ड स्लोपिंग स्ट्रेट लाइन विद कॉन्स्टेंट स्लोप। क्लीयर, कहते सो कहते जो लीनियर कंजम्पशन फंक्शन आ जो सीधी रेखा का की आ अभोग फलन आ वो अपवर्ड स्लोपिंग हुंदा, मतलब ये की है अपवर्ड आ, ये की है नीचे तो उपर नूं जा रहा। ठीक है, सो तो ये की है एक स्ट्रेट लाइन आ विद द कॉन्स्टेंट स्लोप, तो यदी स्लोप आ जी की आ कॉन्स्टेंट आ। ठीक है, तो ये की है लीनियर कंजम्पशन फंक्शन की आप डायग्राम बना सकते हैं। इस तो अगे देखो कि नॉन लीनियर कंजम्पशन फंक्शन की है जिन्हों कि पंजाबी विच असीधी रेखा का अभोग फलन बोलिया जाता है। देखो कहते आर नॉन लीनियर कंजम्पशन फंक्शन इज वन इन विच स्लोप डज नॉट रिमेन सेम। ठीक है, ਜਾਂ रिमेन कॉन्स्टेंट। क्लीयर, कहते नॉन लीनियर कंजम्पशन फंक्शन वो आ जिहदे विच की आ स्लोप की आ कॉन्स्टेंट नहीं रहिंदी। ठीक है, इट मीनस स्लोप डज ऑन चेंजिंग। कहते जदों आपां पढ़ लिया कि जिहड़ी स्लोप आ वो कॉन्स्टेंट नहीं रहिंदी, मतलब इहदा मतलब की होया कि स्लोप की आ चेंज हुंदी रहिंदी आ। कहते एवरी टाइम विद आ पर्टिकुलर इनक्रीज इन इनकम। कहते जदों जदों भी की आ इनकम दे विच चेंज आउंदा द कंजम्पशन डज नॉट इनक्रीज इन द फिक्सड प्रपोर्शन, तां जिहड़ा इनकम दे विच चेंज आउंदा वो की आ फिक्सड प्रपोर्शन दे नाल चेंज नहीं हुंदा। क्लीयर, देखो इहदा मतलब की आ आपां पढ़िया कि लीनियर कंजम्पशन फंक्शन दे विच जिहड़ा कंजम्पशन दे विच चेंज आउंदा वो की आ सेम प्रपोर्शन ते आउंदा, मतलब 50-50 दा की आ गैप आ रिहा सी। सो पर कहंदे नॉन लीनियर दे विच की आ कंजम्पशन दे विच जो आपां कहंदे आ चेंज आउणा वो की होऊगा फिक्सड प्रपोर्शन दे नाल नहीं होऊगा। ठीक है, कहंदे जदों जदों इनकम इनक्रीज होगी ਉਹਦੇ ਵਿੱਚ ਫਿਕਸਡ ਕੀ ਆ ਪ੍ਰਪੋਰਸ਼ਨ ਦੇ ਨਾਲ ਚੇਂਜ ਨਹੀਂ ਆਊਗਾ। ਸੋ ਜਿਹੜੀ ਆਪਣੀ ਕੰਜ਼ੰਪਸ਼ਨ ਫੰਕਸ਼ਨ ਦਾ ਕਰਵ ਬਣੂਗੀ ਉਹ ਕੀ ਹੋਊਗੀ, ਨॉन ਲੀਨੀਅਰ ਹੋਊਗੀ। ਕਲੀਅਰ, ਸੋ ਇਸ ਤੋਂ ਅੱਗੇ ਦੇਖੋ ਆਪਾਂ ਨॉन ਲੀਨੀਅਰ ਜਿਹੜਾ ਕੰਜ਼ੰਪਸ਼ਨ ਫੰਕਸ਼ਨ ਆ ਉਹਦਾ ਟੇਬਲ ਕਿੱਦਾਂ ਬਣਾਵਾਂਗੇ। ਉਦਾਂ ਹੀ ਇੱਕ ਪਾਸੇ ਕੀ ਆ ਇਨਕਮ ਲਈ ਗਈ ਹੈ, ਉਦਾਂ ਹੀ ਕੀ ਆ ਕੰਜ਼ੰਪਸ਼ਨ ਲਈ ਗਈ ਹੈ। ਠੀਕ ਹੈ, ਇਨਕਮ ਕੀ ਆ 100 ਦੇ ਗੈਪ ਨਾਲ ਵੱਧ ਰਹੀ ਹੈ। ਠੀਕ ਹੈ, ਪਰ ਆਪਾਂ ਕੀ ਪੜਿਆ ਸੀ ਕਿ ਨॉन ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਦੇ ਵਿੱਚ ਜਿਹੜਾ ਕੰਜ਼ੰਪਸ਼ਨ ਫੰਕਸ਼ਨ ਦੇ ਵਿੱਚ ਚੇਂਜ ਆਉਂਦਾ ਉਹ ਕੀ ਆ ਫਿਕਸਡ ਪ੍ਰਪੋਰਸ਼ਨ ਦੇ ਨਾਲ ਨਹੀਂ ਆਉਂਦਾ, ਮਤਲਬ ਕੀ ਆ ਉਹਦੇ ਵਿੱਚ ਚੇਂਜ ਜੋ ਆਉਂਦਾ ਅਲੱਗ-ਅਲੱਗ ਆਉਂਦਾ। ਦੇਖੋ ਪਹਿਲਾਂ 50 ਸੀ, 50 ਤੋਂ 120 ਹੋ ਗਈ, ਫਿਰ 200 ਹੋ ਗਈ, 250 ਹੋ ਗਈ। ਠੀਕ ਹੈ, ਇਸ ਤਰ੍ਹਾਂ ਕੀ ਹੈ ਜਿਹੜਾ ਇਹਨਾਂ ਦਾ ਗੈਪ ਪਹਿਲਾਂ 70 ਦਾ ਸੀ, ਫਿਰ 80 ਦਾ, ਫਿਰ 50 ਦਾ, ਫਿਰ 40 ਦਾ, ਫਿਰ 30 ਐਂਡ ਲਾਸਟ ਵਨ ਦੇ ਵਿੱਚ ਕੀ ਹੈ ਇਹਦਾ 20 ਦਾ ਗੈਪ ਆਉਂਦਾ। ਮਤਲਬ ਜਿਹੜਾ ਇਹਨਾਂ ਦੇ ਵਿੱਚ ਗੈਪ ਆ ਰਿਹਾ ਇਹਨਾਂ ਦੇ ਜਿਹੜਾ ਵਧਣ ਦਾ ਪ੍ਰਪੋਰਸ਼ਨ ਆ ਕੀ ਹੈ ਸੇਮ ਨਹੀਂ ਹੈਗਾ। ਸੋ ਇਹ ਕੀ ਆ ਆਪਾਂ ਕੀ ਕਹਿ ਸਕਦੇ ਹਾਂ ਕਿ ਇਹ ਨॉन ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਆ। ਠੀਕ ਹੈ, ਜਿਹਦੇ ਵਿੱਚ ਕੰਜ਼ੰਪਸ਼ਨ ਦੇ ਵਿੱਚ ਸੇਮ ਪ੍ਰਪੋਰਸ਼ਨ ਦੇ ਨਾਲ ਚੇਂਜ ਨਹੀਂ ਆ ਰਿਹਾ। ਸੋ ਆਪਾਂ ਕੀ ਪੜਿਆ ਸੀ ਕਿ ਨॉन ਲੀਨੀਅਰ ਦੇ ਵਿੱਚ ਜਿਹੜੀ ਸਲੋਪ ਹੁੰਦੀ ਆ ਉਹ ਕਨਸਟੈਂਟ ਨਹੀਂ ਬਣਦੀ, ਮਤਲਬ ਇੱਕ ਸਟ੍ਰੇਟ ਲਾਈਨ ਨਹੀਂ ਬਣਦੀ। ਸੋ ਕੀ ਆ ਜਿਹੜੇ ਆਪਾਂ ਪੁਆਇੰਟਸ ਲਏ ਆ ਉਹਦੇ ਵਿੱਚ ਜੋ ਸੀ ਦੇ ਆਪਾਂ ਗੈਪ ਲਵਾਂਗੇ ਉਹ ਇੱਕੋ ਜਿਹੇ ਨਹੀਂ ਸੀ। ਠੀਕ ਹੈ, ਉਹਨਾਂ ਨੂੰ ਮਿਲਾ ਕੇ ਜੋ ਕਰਵ ਬਣੂਗੀ ਉਹ ਇਸ ਤਰ੍ਹਾਂ ਬਣੂਗੀ, ਜੋ ਆਪਾਂ ਨੂੰ ਕੀ ਦੇਖਣ 'ਚ ਹੀ ਪਤਾ ਲੱਗ ਰਿਹਾ ਕਿ ਇੱਕ ਨॉन ਲੀਨੀਅਰ ਕਰਵ ਆ, ਕਿਉਂਕਿ ਇਹਦੇ ਵਿੱਚ ਕੀ ਹੈ ਬੈਂਡ ਆ ਰਿਹਾ। ਠੀਕ ਹੈ, ਇਹ ਨੀਚੇ ਨੂੰ ਝੁਕ ਰਹੀ ਆ। ਠੀਕ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਨॉन ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਦੀ ਕਰਵ ਆ। ਸੋ ਇਸ ਡਾਇਗਰਾਮ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਕਿ ਇਨਕਮ ਇਨਕਰੀਜ਼ਸ, ਕਹਿੰਦੇ ਇਨਕਮ ਕੀ ਆ ਵੱਧ ਰਹੀ ਆ, ਕੰਜ਼ੰਪਸ਼ਨ ਆਲਸੋ ਇਨਕਰੀਜ਼ਸ ਤੇ ਕੰਜ਼ੰਪਸ਼ਨ ਵੀ ਕੀ ਆ ਵੱਧ ਰਹੀ ਆ, ਬਟ ਨਾਟ ਐਟ ਦਾ ਸੇਮ ਰੇਟ। ਠੀਕ ਹੈ, ਮਤਲਬ ਕੀ ਆ ਆਪਾਂ ਨੂੰ ਪਤਾ ਵੀ ਇਨਕਮ ਕੀ ਆ ਸੇਮ ਰੇਟ ਦੇ ਨਾਲ ਇਨਕਰੀਜ਼ ਹੋ ਰਹੀ ਆ, ਉਹਦੇ ਵਿੱਚ 100 ਦਾ ਗੈਪ ਆ ਰਿਹਾ, ਪਰ ਕੰਜ਼ੰਪਸ਼ਨ ਦੇ ਵਿੱਚ ਕਿ ਪਹਿਲਾਂ 70 ਦਾ ਸੀ, ਫਿਰ ਕੀ ਆ 80 ਦਾ ਆਉਣ ਲੱਗ ਗਿਆ, ਫਿਰ 50 ਦਾ, ਫਿਰ 40 ਦਾ। ਠੀਕ ਹੈ, ਮਤਲਬ ਇਹਦੇ ਵਿੱਚ ਇਨਕਰੀਜ਼ ਤਾਂ ਹੋ ਰਿਹਾ ਬਟ ਕੀ ਆ ਸੇਮ ਰੇਟ ਦੇ ਨਾਲ ਇਨਕਰੀਜ਼ ਨਹੀਂ ਹੁੰਦਾ ਜਿੱਦਾਂ ਕਿ ਐਜ਼ ਦਾ ਇਨਕਮ, ਜਿੱਦਾਂ ਕਿ ਇਨਕਮ ਦੇ ਵਿੱਚ ਸੇਮ ਰੇਟ ਦੇ ਨਾਲ ਚੇਂਜ ਆ ਜਾਂਦਾ। ਠੀਕ ਹੈ, ਦਾ ਸਲੋਪ ਆਫ ਦਾ ਕੰਜ਼ੰਪਸ਼ਨ ਫੰਕਸ਼ਨ ਇਜ਼ ਨਾਟ ਕਨਸਟੈਂਟ, ਸੋ ਦੈਟ ਕਹਿੰਦੇ ਜਿਹੜੀ ਆਪਣੇ ਕੋਲ ਸਲੋਪ ਬਣੂਗੀ ਨॉन ਲੀਨੀਅਰ ਕੰਜ਼ੰਪਸ਼ਨ ਫੰਕਸ਼ਨ ਦੀ ਉਹ ਕੀ ਆ ਕਨਸਟੈਂਟ ਲਾਈਨ ਨਹੀਂ ਹੋਊਗੀ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਕੀ ਹੁੰਦਾ, ਜਿਨ੍ਹਾਂ ਨੂੰ ਆਪਾਂ ਅਲਪਕਾਲੀਨ ਸਮੇਂ ਦਾ ਭੋਗ ਫਲਨ ਬੋਲਦੇ ਹਾਂ। ਕਹਿੰਦੇ ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਐਕਸਪਲੇਨ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਕਮ ਐਂਡ ਦਾ ਐਕਸਪੈਂਡੀਚਰ ਕੰਜ਼ੰਪਸ਼ਨ ਐਕਸਪੈਂਡੀਚਰ ਇਨ ਦਾ ਸ਼ਾਰਟ ਰਨ। ਠੀਕ ਹੈ, ਸ਼ਾਰਟ ਰਨ ਨਾਮ ਤੋਂ ਹੀ ਕਲੀਅਰ ਹੈ ਕਿ ਸ਼ਾਰਟ ਰਨ ਕੀ ਦੱਸਦਾ ਕਿ ਅਲਪਕਾਲੀਨ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਕਿੱਦਾਂ ਕੰਜ਼ੰਪਸ਼ਨ ਫੰਕਸ਼ਨ ਹੁੰਦਾ। ਠੀਕ ਹੈ, ਕਿੱਦਾਂ ਕੰਜ਼ੰਪਸ਼ਨ ਕੀਤੀ ਜਾਂਦੀ ਹੈ, ਮੈਥਮੈਟਿਕਲੀ ਇਹਨੂੰ ਇਦਾਂ ਰਿਪਰੈਜ਼ੈਂਟ ਕੀਤਾ ਜਾਂਦਾ। ਕਲੀਅਰ, ਇਹ ਵਾਲੀ ਇਕੁਏਸ਼ਨ ਆ ਜੋ ਕੀ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਹੈ, ਇਹ ਕੀ ਆਪਾਂ
ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਦੇ ਵਿੱਚ ਲਿਖਦੇ ਹਾਂ ਜਿਸ ਹਿਸਾਬ ਨਾਲ ਕੀ ਆ ਕੰਜ਼ੰਪਸ਼ਨ ਕੀਤੀ ਜਾਂਦੀ ਹੈ ਅਲਪਕਾਲੀਨ ਦੇ ਵਿੱਚ ਸ਼ਾਰਟ ਰਨ ਦੇ ਵਿੱਚ। ਠੀਕ ਹੈ, ਕਹਿੰਦੇ ਕੰਜ਼ੰਪਸ਼ਨ ਇਜ਼ ਇਕੁਅਲ ਟੂ A ਪਲੱਸ BY, ਕਹਿੰਦੇ ਉਹਦੀ ਸਲੋਪ ਕੀ ਆ ਇਹਦੇ ਤੇ ਨਿਰਭਰ ਕਰਦੀ ਆ। ਜਿੱਥੇ ਕੀ ਆ C ਕੀ ਆ ਕੰਜ਼ੰਪਸ਼ਨ ਆ, A ਕੀ ਆ A ਨੂੰ ਇੰਟਰਸੈਪਟ ਟਰਮ ਵੀ ਬੋਲਿਆ ਜਾਂਦਾ ਜਾਂ ਫਿਰ A ਨੂੰ ਕੀ ਬੋਲਦੇ ਆ, ਇਹਦਾ ਹੋਰ ਨਾਮ ਕੀ ਆ ਆਟੋਨੋਮਸ ਕੰਜ਼ੰਪਸ਼ਨ। ਆਟੋਨੋਮਸ ਕੰਜ਼ੰਪਸ਼ਨ ਉਹ ਕੰਜ਼ੰਪਸ਼ਨ ਹੁੰਦੀ ਆ ਜਦੋਂ ਕੀ ਆ ਕਿਸੇ ਵੀ ਵਿਅਕਤੀ ਦੀ ਇਨਕਮ ਕੀ ਹੁੰਦੀ ਆ ਜ਼ੀਰੋ ਹੁੰਦੀ ਆ, ਪਰ ਫਿਰ ਵੀ ਆਪਾਂ ਬੋਲਦੇ ਆ ਕਿ ਉਹ ਕੁਛ ਨਾ ਕੁਛ ਕੀ ਆ ਕੰਜ਼ੰਪਸ਼ਨ ਕਰਦਾ। ਠੀਕ ਹੈ, ਉਹ ਵਾਲੀ ਕੰਜ਼ੰਪਸ਼ਨ ਨੂੰ ਜਦੋਂ ਇਨਕਮ ਜ਼ੀਰੋ ਹੁੰਦੀ ਹੈ ਪਰ ਫਿਰ ਵੀ ਕੁਛ ਨਾ ਕੁਛ ਜਿਹੜਾ ਮਿਨੀਮਮ ਲੈਵਲ ਆਫ ਕੰਜ਼ੰਪਸ਼ਨ ਕੀਤਾ ਜਾਂਦਾ ਉਹਨੂੰ ਕੀ ਆ ਆਟੋਨੋਮਸ ਕੰਜ਼ੰਪਸ਼ਨ ਕਹਿੰਦੇ ਆ, ਜਿਹਨੂੰ ਕਿ ਛੋਟੀ a ਸਮੋਲ a ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ। ਕਲੀਅਰ। ਸੋ ਇੱਥੇ B ਕੀ ਆ, ਕਹਿੰਦੇ B ਕੀ ਆ ਸਲੋਪ ਤੈਅ ਕਰਦੀ ਆ ਵੀ ਇਹ ਕਿੱਦਾਂ ਦੀ ਕਰਵ ਹੋਊਗੀ। ਕਹਿੰਦੇ B ਇਜ਼ ਇਕੁਅਲ ਟੂ ਚੇਂਜ ਇਨ C ਓਵਰ ਚੇਂਜ ਇਨ Y। ਕਹਿੰਦੇ ਜਿੱਦਾਂ ਜਿੱਦਾਂ ਇਨਕਮ ਦੇ ਵਿੱਚ ਚੇਂਜ ਆਉਂਦਾ ਉੱਦਾਂ ਕੀ ਆ ਜਿਹੜੀ ਕੰਜ਼ੰਪਸ਼ਨ ਵਿੱਚ ਵੀ ਚੇਂਜ ਆਉਂਦਾ ਉਹ ਵਾਲੇ ਚੇਂਜ ਨੂੰ ਕੀ ਬੋਲਦੇ ਆ B ਨਾਲ ਡਿਨੋਟ ਕਰਦੇ ਆ। ਠੀਕ ਹੈ, ਇਸ ਅੱਗੇ ਕੀ ਆ ਲਾਸਟ ਦੇ ਵਿੱਚ ਕੀ ਆ Y ਹੈ ਇੱਥੇ। ਠੀਕ ਹੈ, Y ਨੂੰ ਡਿਸਪੋਜ਼ੇਬਲ ਇਨਕਮ ਲਿਆ ਗਿਆ। ਡਿਸਪੋਜ਼ੇਬਲ ਇਨਕਮ ਉਹ ਇਨਕਮ ਹੁੰਦੀ ਆ ਕੋਈ ਵੀ ਪਰਸਨਲ ਕਿਸੇ ਵੀ ਵਿਅਕਤੀ ਦੀ ਇਨਕਮ ਜੋ ਕੀ ਆ ਸਾਰੀ ਇਨਕਮ ਦੇ ਵਿੱਚੋਂ ਜਦੋਂ ਉਹ ਟੈਕਸਸ ਪੇ ਕਰ ਦਿੰਦਾ ਬਾਕੀ ਜੋ ਵੀ ਇਨਕਮ ਬਚਦੀ ਹੈ। ਠੀਕ ਹੈ, ਟੈਕਸ ਪੇ ਕਰਕੇ ਕਿਸੇ ਵੀ ਪਰਸਨਲ ਵਿਅਕਤੀ ਦੀ ਟੈਕਸ ਪੇ ਕਰਕੇ ਜੋ ਵੀ ਆਮਦਨ ਬਚਦੀ ਆ ਉਹਨੂੰ ਕੀ ਆ ਡਿਸਪੋਜ਼ੇਬਲ ਇਨਕਮ ਬੋਲਿਆ ਜਾਂਦਾ। ਕਲੀਅਰ। ਇਹ ਕੁਐਸਚਨ ਤੁਸੀਂ ਇਦਾਂ ਹੀ ਲਰਨ ਕਰਨੀ ਹੈ। ਇਹਦੇ ਆਧਾਰ ਤੇ ਆਪਾਂ ਕੀ ਆ ਇੱਕ ਡਾਇਗਰਾਮ ਬਣਾਵਾਂਗੇ। ਸੋ ਦੇਖੋ ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਦੇ ਵਿੱਚ ਉਦਾਂ ਹੀ ਐਕਸ ਐਕਸਿਸ ਤੇ ਇਨਕਮ ਤੇ ਵਾਈ ਐਕਸਿਸ ਤੇ ਕੰਜ਼ੰਪਸ਼ਨ ਲਈ ਗਈ ਆ ਤੇ ਜਿਹੜੀ ਲਾਈਨ ਆ ਉਹ ਕੀ ਬਣੂਗੀ ਹਮੇਸ਼ਾ ਕੀ ਆ ਇੱਕ ਲੀਨੀਅਰ ਲਾਈਨ ਬਣੂਗੀ। ਠੀਕ ਹੈ, ਉਹ ਕੀ ਆ ਸ਼ੋ ਕਰੂਗੀ ਸਿਰਫ ਕਿ ਸ਼ਾਰਟ ਰਨ ਦੇ ਵਿੱਚ ਕਿੱਦਾਂ ਕੰਜ਼ੰਪਸ਼ਨ ਫੰਕਸ਼ਨ ਹੁੰਦਾ। ਠੀਕ ਹੈ, ਹੁਣ ਜਿਹੜਾ ਆਹ ਵਾਲਾ ਗੈਪ ਆ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਇਨਕਮ ਜ਼ੀਰੋ ਹੁੰਦੀ ਆ ਤਾਂ ਕੁਛ ਨਾ ਕੁਛ ਕੀ ਆ ਕੰਜ਼ਿਊਮ ਹੁੰਦਾ। ਉਹਨੂੰ ਆਪਾਂ ਕੀ ਬੋਲਦੇ ਆ, ਆਪਾਂ ਉਹਨੂੰ A ਦੇ ਨਾਲ ਡਿਨੋਟ ਕੀਤਾ, ਸਮੋਲ a ਦੇ ਨਾਲ ਡਿਨੋਟ ਕੀਤਾ, ਜਿਹਨੂੰ ਆਟੋਨੋਮਸ ਕੰਜ਼ੰਪਸ਼ਨ ਬੋਲਦੇ ਆ ਜਾਂ ਇੰਟਰਸੈਪਟ ਟਰਮ ਬੋਲਦੇ ਆ। ਕਲੀਅਰ। ਕਹਿੰਦੇ ਇਹ ਉਹ ਸ਼ੋ ਕਰ ਰਹੀ ਆ। ਇਸ ਤੋਂ ਅੱਗੇ ਕਹਿੰਦੇ ਜਿਹੜੀ ਆ ਸਲੋਪ ਅੱਗੇ ਵੱਧ ਰਹੀ ਆ, ਇਹ ਕਿਉਂ ਵੱਧ ਰਹੀ ਆ, ਕਹਿੰਦੇ ਜਿੰਨਾ ਚੇਂਜ ਕੀ ਆ Y ਦੇ ਵਿੱਚ ਆਉਂਦਾ ਓਨਾ ਹੀ ਚੇਂਜ ਕੀ ਆ C ਵਿੱਚ ਆਉਂਦਾ, ਜਾਂ ਫਿਰ Y ਦੇ ਵਿੱਚ ਚੇਂਜ ਆਉਣ ਦੇ ਨਾਲ C ਦੇ ਵਿੱਚ ਕਿੰਨਾ ਚੇਂਜ ਆਉਂਦਾ ਉਹ ਵਾਲੇ ਨੂੰ ਕੀ ਬੋਲਦੇ ਆ, ਇਹ ਉਹਦੀ ਸਲੋਪ ਤੈਅ ਕਰਦੀ ਆ ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਦੀ। ਸੋ ਇਹ ਸਾਰੇ ਮਿਲਾ ਕੇ ਕੀ ਆ ਸ਼ਾਰਟ ਰਨ ਕੰਜ਼ੰਪਸ਼ਨ ਫੰਕਸ਼ਨ ਨੂੰ ਤੈਅ ਕਰਦੀ ਆ ਜੋ ਇਜ਼ ਇਕੁਅਲ ਟੂ ਹੁੰਦਾ A ਪਲੱਸ BY। ਕਲੀਅਰ। ਇਹ ਤੁਸੀਂ ਇਦਾਂ ਹੀ ਕੀ ਆ ਲਰਨ ਕਰਨੀ ਆ। ਇਸ ਤੋਂ ਅੱਗੇ ਆਪਾਂ ਡਿਸਕਸ ਕਰਦੇ ਹਾਂ ਕਿ ਲੌਂਗ ਰਨ ਕੰਜ਼ੰਪਸ਼ਨ ਫੰਕਸ਼ਨ ਕੀ ਆ। ਕਹਿੰਦੇ ਲੌਂਗ ਰਨ ਕੰਜ਼ੰਪਸ਼ਨ ਫੰਕਸ਼ਨ ਰਿਪਰੈਜ਼ੈਂਟਸ ਦਾ ਰਿਲੇਸ਼ਨਸ਼ਿਪ ਬਿਟਵੀਨ ਦਾ ਲੌਂਗ ਰਨ ਕੰਜ਼ੰਪਸ਼ਨ ਐਂਡ ਲੌਂਗ ਰਨ ਲੈਵਲ ਆਫ ਇਨਕਮ। ਕਹਿੰਦੇ ਕੀ ਆ ਇਹ ਵਾਲੇ ਵਿੱਚ ਨਾਮ ਤੋਂ ਹੀ ਕਲੀਅਰ ਆ। ਦੁਬਾਰਾ ਫਿਰ ਆਪਾਂ ਕੀ ਬੋਲਦੇ ਹਾਂ ਦੀਰਘਕਾਲੀਨ ਸਮੇਂ ਦਾ ਭੋਗ ਫਲਨ ਕੀ ਹੁੰਦਾ, ਲੰਬੇ ਸਮੇਂ ਦਾ ਭੋਗ ਫਲਨ ਕਿੱਦਾਂ ਹੋਊਗਾ। ਕਹਿੰਦੇ ਉਹ ਵੀ ਕੀ ਆ ਕਿਹਦੇ ਵਿੱਚ ਰਿਲੇਸ਼ਨ ਦਿਖਾਉਂਦਾ, ਕਿਹਦੇ ਵਿੱਚ ਸੰਬੰਧ ਦਿਖਾਉਂਦਾ, ਆਪਣੇ ਲੰਬੇ ਸਮੇਂ ਦੀ ਕੰਜ਼ੰਪਸ਼ਨ ਤੇ ਲੰਬੇ ਸਮੇਂ ਦੇ ਲੈਵਲ ਆਫ ਇਨਕਮ ਨੂੰ ਦਿਖਾਉਂਦਾ ਵਾ। ਠੀਕ ਹੈ, ਆਪਾਂ ਸ਼ਾਰਟ ਰਨ ਦੇ ਵਿੱਚ ਪੜਿਆ ਕਿ C ਇਜ਼ ਇਕੁਅਲ ਟੂ A ਪਲੱਸ BY। ਠੀਕ ਹੈ, ਪਰ ਆਪਾਂ ਪੜ ਰਹੇ ਹਾਂ ਇੱਥੇ ਹੁਣ ਲੌਂਗ ਰਨ ਦਾ। ਲੌਂਗ ਰਨ ਦੇ ਵਿੱਚ ਆਪਾਂ ਨੂੰ ਪਤਾ ਕਿ ਜੇ ਬਹੁਤ ਜ਼ਿਆਦਾ ਲੰਬਾ ਸਮਾਂ ਕੀ ਆਪਣੀ ਆਮਦਨ ਸਾਰੀ ਵਿਅਕਤੀਆਂ ਦੀ ਆਮਦਨ ਕੀ ਹੈ ਜ਼ੀਰੋ ਹੋਊਗੀ ਤਾਂ ਕੰਜ਼ੰਪਸ਼ਨ ਵੀ ਕੀ ਹੈ ਜ਼ੀਰੋ ਹੋਊਗੀ। ਸੋ ਆਹ ਵਾਲੀ ਜਿਹੜੀ A ਆ ਉਹ ਵੀ ਜ਼ੀਰੋ ਹੋ ਜੂਗੀ ਪਲੱਸ BY ਰਹਿ ਜੂਗਾ। ਸੋ ਕੀ ਹੈ ਲੌਂਗ ਰਨ ਦੇ ਵਿੱਚ A ਇਜ਼ ਇਕੁਅਲ ਟੂ BY ਹੁੰਦਾ ਕਿਉਂਕਿ ਲੌਂਗ ਰਨ ਦੇ ਵਿੱਚ ਜੇ ਕਿਸੇ ਵਿਅਕਤੀ ਦੀ ਜਾਂ ਸਾਰੀ ਇਕੋਨਮੀ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਜਦੋਂ ਕੀ ਆ ਇਨਕਮ ਜ਼ੀਰੋ ਹੁੰਦੀ ਹੈ ਤਾਂ ਕੰਜ਼ੰਪਸ਼ਨ ਵੀ ਜ਼ੀਰੋ ਹੁੰਦੀ ਹੈ। ਕਲੀਅਰ। ਸੋ ਜਿਹੜੀ ਆ ਆਟੋਨੋਮਸ ਕੰਜ਼ੰਪਸ਼ਨ ਆ ਇਹਦਾ ਕਨਸੈਪਟ ਖਤਮ ਹੋ ਜਾਊਗਾ। ਓਨਲੀ ਜਿਹੜਾ C ਆ ਇਜ਼ ਇਕੁਅਲ ਟੂ BY ਰਹਿ ਜਾਊਗਾ। ਕਲੀਅਰ। ਹੁਣ ਦੇਖੋ ਇਹਦੀ ਡਾਇਗਰਾਮ ਈਜ਼ੀ ਹੋ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਇੰਟਰਸੈਪਟ ਫਾਰਮ ਨੂੰ ਕੀ ਆ ਜੋ ਇੱਥੇ ਬਣਦੀ ਸੀਗੀ ਉਹ ਖਤਮ ਕਰ ਦਿੱਤਾ। ਸੋ ਜਦੋਂ ਆਪਾਂ ਕੀ ਪੜਿਆ ਜਦੋਂ ਲੰਮੇ ਸਮੇਂ ਤੱਕ ਠੀਕ ਹੈ ਕਿਸੇ ਵੀ ਇਕੋਨਮੀ ਦੀ ਆਮਦਨ ਆ ਜੋ ਜ਼ੀਰੋ ਰਹੂਗੀ ਕੰਜ਼ੰਪਸ਼ਨ ਵੀ ਜ਼ੀਰੋ ਹੋਊਗੀ। ਸੋ ਜਿਹੜੀ ਲਾਈਨ ਆ ਉਹ ਇੱਕ ਲੀਨੀਅਰ ਲਾਈਨ ਬਣੂਗੀ ਲੌਂਗ ਰਨ ਕੰਜ਼ੰਪਸ਼ਨ ਫੰਕਸ਼ਨ ਦੀ ਤੇ ਜੋ ਕੀ ਆ ਇਹ ਕੀ ਆ ਅਪਵਰਡ ਸਲੋਪਿੰਗ ਹੋਊਗੀ। ਠੀਕ ਹੈ, ਕੌਨਸਟੈਂਟ ਸਲੋਪਿੰਗ ਆ। ਠੀਕ ਹੈ, ਇਹਦੇ ਵਿੱਚ ਕੀ ਆ C ਇਜ਼ ਇਕੁਅਲ ਟੂ BY। ਓਨਲੀ ਕੀ ਆ ਜਦੋਂ ਕੀ ਆ ਇਨਕਮ ਦੇ ਵਿੱਚ ਚੇਂਜ ਆਉਂਦਾ ਤੇ ਉਹਦੇ ਨਾਲ ਕੀ ਆ ਕੰਜ਼ੰਪਸ਼ਨ ਵਿੱਚ ਚੇਂਜ ਆਉਂਦਾ, ਸਿਰਫ ਇੰਨਾ ਹੀ ਸ਼ੋ ਕਰਦੀ ਆ। ਕਲੀਅਰ।